ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਪਿਛਲੇ ਦਿਨੀ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਇਕੱਤਰਤਾ ਹੋਈ ਹੈ, ਜਿਹਦੇ 'ਚ ਬੀਬੀ ਜਗੀਰ ਕੌਰ, ਗਿਆਨੀ ਹਰਪ੍ਰੀਤ ਸਿੰਘ ਤੇ ਬੇਅਦਬੀ ਦੀ ਜਿਹੜੀ ਸਿੱਟ ਸੀ ਖਟੜਾ, ਜਿਹੜੇ ਉਹਦੇ ਮੁਖੀ ਸੀਗੇ ਉਹ ਵੀ ਉੱਥੇ ਸ਼ਾਮਲ ਸੀਗੇ, ਕੁਝ ਪੰਥਕ ਆਗੂ ਵੀ ਸੀ। ਉਸ ਇਕੱਤਰਤਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਸਾਡਾ ਇੱਕ ਵਿਧਾਨ ਹੈ, ਕੋਈ ਵੀ ਪੰਥ ਦਾ ਇਸ਼ੂ ਹੁੰਦਾ, ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ ਗੁਰਮੁਖ ਵੈਸੋ ਸਫਾ ਵਿਛਾਏ। ਉਸ ਸਿਧਾਂਤ ਦੇ ਮੁਤਾਬਕ ਪਿਛਲੇ ਸਮਿਆਂ ਦੇ ਵਿੱਚ ਵੀ ਪੰਥ ਇਕੱਠਾ ਹੁੰਦਾ ਰਿਹਾ ਤੇ ਉਹਦੇ ਤੇ ਸਾਨੂੰ ਮਿਲ ਕੇ ਵਿਚਾਰਾਂ ਕਰਨੀਆਂ, ਗੁਰਬਾਣੀ ਦੀ ਰੌਸ਼ਨੀ 'ਚ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ। ਫਿਰ ਜੋ ਸਰਬੱਤ ਸੰਗਤ ਦਾ ਫੈਸਲਾ ਹੁੰਦਾ ਉਹਨੂੰ ਇੱਕ ਸੱਜਣ ਬੋਲ ਕੇ ਸੁਣਾਉਂਦਾ, ਉਹ ਭਾਵੇਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ, ਸਪੋਕਸਮੈਨ ਕਹਿ ਲਓ, ਕੁਛ ਕਹਿ ਲਓ। ਇਹ ਸਾਡੀ ਰਵਾਇਤ ਹੈਗੀ ਹੈ। ਪਰ ਜਿਹੜੀ ਇਹ ਇਕੱਤਰਤਾ ਹੋਈ ਹੈ ਬੇਅਦਬੀ ਅਤੇ ਧਰਮ ਪਰਿਵਰਤਨ ਦੇ ਮਸਲੇ ਤੇ ਹੋਈ ਆ, ਇਹ ਤੁਸੀਂ ਵੇਖੋ 2015 ਤੋਂ ਬੇਅਦਬੀਆਂ ਦਾ ਦੌਰ ਹੈ। ਉਸ ਇੰਨੇ ਲੰਮੇ ਟਾਈਮ ਬਾਅਦ ਇੱਕ ਤਾਂ ਇਕੱਤਰਤਾ ਸੱਦੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ, ਤੇ ਦੂਜਾ ਇਸ ਇਕੱਤਰਤਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੇ ਪ੍ਰਚਾਰਕ, ਜਿਹੜੀਆਂ ਧਿਰਾਂ ਬੇਅਦਬੀ ਦੇ ਮਸਲੇ ਤੇ ਫਰੰਟ ਤੇ ਲੜਾਈ ਲੜ ਰਹੀਆਂ ਸੀ, ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ? ਜਿਹੜੇ ਸਾਡੇ ਬੇਕਸੂਰ ਨੌਜਵਾਨ ਉੱਥੇ ਬਾਣੀ ਪੜ੍ਹਦੇ ਆ ਤੇ ਜਿਨ੍ਹਾਂ ਤੇ ਬਾਦਲਕਿਆਂ ਦੀ ਪੁਲਿਸ ਨੇ ਮਾਰ ਕੇ ਗੋਲੀਆਂ ਸ਼ਹੀਦ ਕਰਤੇ, ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ, ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਿਉਂ ਨਹੀਂ ਕੀਤੀ ਗਈ? ਉਹਨਾਂ ਨੂੰ ਤਾਂ ਸੁਨੇਹਾ ਕੋਈ ਨਹੀਂ ਲੱਗਿਆ ਜੀ। ਉਹਨਾਂ ਨੂੰ ਸੱਦਿਆ ਕਿਉਂ ਨਹੀਂ ਗਿਆ? ਅਸਲ 'ਚ ਮੈਨੂੰ ਲੱਗ ਰਿਹਾ ਹੈ ਕਿ ਬੜੀ ਪਲੈਨਿੰਗ ਦੇ ਨਾਲ, ਬੜੀ ਨੀਤੀ ਦੇ ਨਾਲ ਇਹ ਇਸ ਕਿਸਮ ਦੀ ਇਕੱਤਰਤਾ ਸੱਦ ਕੇ ਕਿ ਬੇਅਦਬੀਆਂ ਦੇ ਮਸਲੇ ਤੇ ਅਸੀਂ ਇਕੱਤਰਤਾ ਕਰ ਰਹੇ ਹਾਂ। ਜਿਹੜੇ ਬਾਦਲ ਪੰਥਕ ਸਫਾਂ ਦੇ ਵਿੱਚੋਂ ਬਿਲਕੁਲ ਜ਼ੀਰੋ ਹੋ ਚੁੱਕੇ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਦੁਬਾਰਾ ਫਿਰ ਤੋਂ ਖੜਾ ਕਰਨ ਲਈ ਯਤਨਸ਼ੀਲ ਨੇ। ਪਰ ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ, ਗਿਆਨੀ ਹਰਪ੍ਰੀਤ ਸਿੰਘ ਜੀ, ਬਾਦਲਾਂ ਨੇ ਮੁੜ ਕੇ ਪੰਥਕ ਸਫਾਂ 'ਚ ਖੜੇ ਨਹੀਂ ਹੋਣਾ। ਉਹਨਾਂ ਨੂੰ ਖੜਾ ਕਰਦੇ ਕਰਦੇ ਤੁਸੀਂ ਡਿੱਗ ਪੈਣਾ, ਕਿਉਂਕਿ ਗੁਰਬਾਣੀ ਦਾ ਇਹ ਫੈਸਲਾ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਨਸਾਫ ਮੰਗ ਰਹੇ ਸੀ ਗੁਰੂ ਸਾਹਿਬ ਦੀ ਬੇਅਦਬੀ ਦਾ, ਉਹਨਾਂ ਤੇ ਸਵਾਲੀਆ ਨਿਸ਼ਾਨ ਲਗਾਇਆ ਹੈ ਕਿ ਮਾਝੀ ਸਾਜੀ ਅਤੇ ਜਿਹੜੇ ਇਨਸਾਫ ਮੰਗ ਰਹੇ ਸੀ ਬੇਅਦਬੀਆਂ ਦੇ ਉਹੀ ਦੋਸ਼ੀ ਨੇ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਉਮਰ ਦੇ ਲਿਹਾਜ਼ ਨਾਲ ਵੀ ਉਹਨਾਂ ਦੀ ਉਮਰ ਮੇਰੇ ਮਾਤਾ ਜੀ ਦੀ ਉਮਰ ਤੋਂ ਵੀ ਵੱਡੀ ਹੈ। ਉਮਰ ਦੇ ਲਿਹਾਜ਼ ਨਾਲ ਮੈਂ ਉਹਨਾਂ ਨੂੰ ਸਤਿਕਾਰ ਦਿੰਦਾ। ਪਰ ਚਲੋ, ਮੈਨੂੰ ਮਾਝੀ ਸਾਜੀ ਕਹਿਤਾ, ਕੋਈ ਗੱਲ ਨਹੀਂ, 4 ਗਾਲਾਂ ਹੋਰ ਵੀ ਕੱਢ ਲੈਣ। ਮੈਂ ਤਾਂ ਥੂਈ ਸਾਹਿਬ ਉਹਨਾਂ ਤੋਂ 4 ਸਵਾਲ ਪੁੱਛੇ ਸੀ ਜੌਲੀਆਂ ਦੇ ਵਿੱਚ, ਉਹ ਸਾਰੇ ਪੰਥ ਨੇ ਸੁਣੇ ਹੋਏ ਨੇ। ਉੱਥੇ ਬੀਬੀ ਜੀ ਕਹਿ ਕੇ ਗਏ ਸੀ ਕਿ ਅਸੀਂ ਭਾਈ ਸਾਹਿਬ ਤੁਹਾਡੇ ਸਵਾਲਾਂ ਦਾ ਜਵਾਬ ਲਿਖਤੀ ਭੇਜਾਂਗੇ। ਉਹ ਲਿਖਤੀ ਜਵਾਬ ਉਹਨਾਂ ਨੂੰ ਭੇਜਣਾ ਚਾਹੀਦਾ ਸੀਗਾ, ਤੇ ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਕੋਈ ਨਹੀਂ, ਇੱਥੇ ਬੋਲ ਕੇ ਹੀ ਗੱਲ ਕਰ ਲਓ। ਕਹਿੰਦੇ ਨਹੀਂ, ਮੈਂ ਲਿਖਤੀ ਭੇਜਾਂਗੇ। ਉਹ ਸਵਾਲਾਂ ਤੋਂ ਇੰਨੀ ਇਹਨਾਂ ਨੂੰ ਚੀਸ ਪਈ ਕਿ ਮਾਝੀ ਸਾਜੀ ਕਹਤਾ, ਕੋਈ ਨਹੀਂ ਹੋਰ ਕੱਢ ਲਓ ਗਾਲਾਂ। ਇਹ ਉਹਨਾਂ ਸਵਾਲਾਂ ਦਾ ਜਵਾਬ ਤਾਂ ਨਹੀਂ ਨਾ, ਮਾਝੀ ਸਾਜੀ ਕਹਿਣਾ ਇਹ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਹੈਗਾ। ਤੇ ਦੂਜਾ, ਫਿਰ ਇਕੱਲਾ ਮੇਰੇ ਨਹੀਂ, ਉਹ ਕਹਿੰਦੀ ਹੈ ਵੀ ਬਾਈਬਲ ਕਲਾਂ ਜਿਹੜੇ ਉੱਥੇ ਧਰਨਾ ਦੇ ਰਹੇ ਸੀ, ਧਰਨਾ ਕੌਣ ਦੇ ਰਿਹਾ ਸੀ? ਸਿੱਖ ਪ੍ਰਚਾਰਕ। ਧਰਨਾ ਕੌਣ ਦੇ ਰਿਹਾ ਸੀ? ਆਮ ਸੰਗਤਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਸਥਾ ਰੱਖਦੇ ਨੇ, ਜਿਹਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਸਪੋਰਟ ਕੀਤੀ ਸੀ ਉਸ ਧਰਨੇ ਨੂੰ। ਉਸ ਧਰਨੇ ਵਿੱਚ ਸਾਰੇ ਲੋਕ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਬੈਠੇ ਸੀ ਕਿ ਗੁਰੂ ਗ੍ਰੰਥ ਸਾਹਿਬ ਪ੍ਰਾਣੀ ਮਾਤਰ ਦਾ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ, ਪ੍ਰਾਣੀ ਮਾਤਰ ਦਾ ਸਾਂਝਾ। ਉਸ ਮਸਲੇ ਦੇ ਉੱਤੇ ਧਰਨਾ ਦੇ ਰਹੇ ਸੀ। ਉਹਨੇ ਬੀਬੀ ਜਗੀਰ ਕੌਰ ਕਹਿ ਰਹੇ ਨੇ ਉਹ ਦੋਸ਼ੀ ਸੀ, ਪਰ ਮੈਂ ਇਹ ਵੀ ਕਹਿਣਾ ਚਾਹੁੰਦਾ, ਇਹ ਬਾਦਲਕਿਆਂ ਨੂੰ ਪੁਰਾਣੀ ਆਦਤ ਪਈ ਆ। ਪਹਿਲਾਂ 2015 ਦੇ ਵਿੱਚ ਵੀ ਬੇਕਸੂਰ ਨੌਜਵਾਨਾਂ ਦੇ ਉੱਤੇ ਕਹਿਰ ਢਾ ਰਹੇ ਸੀਗੇ, ਤਾਂ ਉਹੀ ਗੱਲ ਨੂੰ ਦੁਬਾਰਾ ਫਿਰ ਰਿਪੀਟ ਕਰ ਰਹੇ ਨੇ ਕਿ ਨਹੀਂ ਜੀ ਦੋਸ਼ੀ ਇਹ ਸੀਗੇ। ਤੇ ਮੈਂ ਤਾਂ ਖੁੱਲ੍ਹਾ ਚੈਲੰਜ ਗੁਰੂ ਤੇ ਭਰੋਸਾ ਰੱਖ ਕੇ, ਮੇਰੀ ਕੋਈ ਔਕਾਤ ਨਹੀਂ ਨਾਲ, ਮੈਂ ਪਹਿਲਾਂ ਇਹ ਵੀ ਕਹਿ ਦਿੰਦਾ, ਮੇਰੀ ਕੋਈ ਔਕਾਤ ਨਹੀਂ, ਪਰ ਮੇਰਾ ਗੁਰੂ ਬਹੁਤ ਸਮਰੱਥ ਹੈ। ਮੋਕੋ ਤੋਂ ਭਰੋਸੋ ਕੇਵਲ ਗ੍ਰੰਥ ਮਹਾਰਾਜ ਪੈ। ਇਹਨਾਂ ਨੂੰ ਭਰੋਸਾ ਹੋਊਗਾ, ਜਿਵੇਂ ਭਗਤ ਕਬੀਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਚਰਨਾਂ ਦੀ ਧੂੜ ਦਾ ਆਪਾਂ ਕਿਣਕਾ ਵੀ ਨਹੀਂ। ਭਗਤ ਕਬੀਰ ਸਾਹਿਬ ਉਸ ਵਕਤ ਧਰਮ ਦੇ ਠੇਕੇਦਾਰ ਨੂੰ ਕਹਿੰਦੇ ਨੇ, ਤੁਮ ਤੋਂ ਜਾਚੇ ਭੂਪਤ ਰਾਜੇ ਹਰ ਸਿਓ ਮੋਰ ਧਿਆਨਾ। ਸੋ ਇਹਨਾਂ ਨੂੰ ਆਪਣੇ ਬਾਦਲਾਂ ਤੇ ਮਾਣ ਹੋਊਗਾ, ਸਾਨੂੰ ਤਾਂ ਆਪਣੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਮਾਣ ਹੈ। ਤੇ ਮੈਂ ਗੁਰੂ ਤੇ ਭਰੋਸਾ ਰੱਖ ਕੇ ਸੰਗਤ ਦੇ ਸਹਿਯੋਗ ਨਾਲ, ਵਿੱਚ ਸੰਗਤ ਹਰਪ੍ਰਭ ਵਸੈ ਜੀਓ, ਬੇਨਤੀ ਕਰਦਾ ਕਿ ਬੀਬੀ ਜਗੀਰ ਕੌਰ ਜੀ, ਆ ਜਾਓ ਅਕਾਲ ਤਖਤ ਸਾਹਿਬ ਤੇ ਬੈਠੀਏ, ਫਿਰ ਕਰੀਏ ਬੇਅਦਬੀ ਦੇ ਮਸਲੇ ਤੇ ਵਿਚਾਰਾਂ। ਆ ਜਾਓ ਤੇਜਾ ਸਿੰਘ ਸਮੁੰਦਰੀ ਹਾਲ 'ਚ ਬੈਠਣਾ ਠੀਕ ਸਮਝੋਗੇ, ਜਾਂ ਫਿਰ ਮੰਜੀ ਸਾਹਿਬ ਦੀਵਾਨ ਹਾਲ ਬੈਠਣਾ? ਤੁਸੀਂ ਬਸ ਮੈਨੂੰ ਟਾਈਮ ਦੱਸ ਦਿਓ ਕਿਰਪਾ ਕਰਕੇ, ਮੈਨੂੰ ਆਉਣ ਨੂੰ ਟਾਈਮ ਲੱਗਣਾ। ਮੈਂ ਤਿਆਰ ਰਹਿਣਾ, ਗੁਰੂ ਦੀ ਕਿਰਪਾ ਹੈ। ਤੁਸੀਂ ਪਹਿਲਾਂ ਦੱਸ ਦਿਓ 2 ਦਿਨ, ਜਿਵੇਂ ਤੁਸੀਂ ਠੀਕ ਸਮਝੋ। ਸੱਦੋ, ਪੂਰੇ ਮੀਡੀਆ 'ਚ ਬਹਿ ਕੇ ਆਪਾਂ ਗੱਲ ਨਿਬੇੜ ਲਈਏ ਵੀ ਕੌਣ ਦੋਸ਼ੀ ਹੈ, ਕੀ ਹੈ, ਤੇ ਕਿਵੇਂ ਤੁਸੀਂ ਪੁਸਤ ਪਨਾਹੀ ਕੀਤੀ ਹੈ। ਮੇਰੇ ਕੋਲ ਤਾਂ ਸਾਰੇ ਡਾਕੂਮੈਂਟ ਵੀਰ ਜੀ, ਮੈਂ ਤਾਂ ਗੁਰੂ ਦੀ ਕਿਰਪਾ ਹੈ
ਵੀ ਇਹਨਾਂ ਦਾ ਮੇਰੇ ਕੋਲ ਤਾਂ ਕਰਤੂਤਾਂ ਇੰਨੀਆਂ ਨੇ, ਆਥਣ ਹੋ ਜੂ ਤੁਹਾਨੂੰ। ਇਹ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਮੀਡੀਆ ਕੋਲ। ਆਹ ਦੇਖੋ, ਮੈਂ ਤੁਹਾਨੂੰ ਦੋ ਉਦਾਹਰਨਾਂ ਦਿੰਦਾ। 1 ਜੂਨ 2015 ਨੂੰ ਜਦੋਂ ਬੇਅਦਬੀ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਬੁਰਜ ਜਵਾਹਰ ਸਿੰਘ ਵਾਲੇ ਤੋਂ, ਤਾਂ ਬਾਦਲਾਂ ਦੇ ਰਾਜ 'ਚ ਪੁਲਿਸ ਨੇ ਆਹ ਸਕੈਚ ਜਾਰੀ ਕੀਤੇ। ਬੀਬੀ ਜੰਗੀਰ ਕੌਰ ਜੀ, ਇਹ ਹਰਜਿੰਦਰ ਸਿੰਘ ਮਾਝੀ ਨੇ ਨਹੀਂ ਸਕੈਚ ਜਾਰੀ ਕੀਤੇ, ਇਹ ਕੀਤੇ ਬਾਦਲਾਂ ਦੀ ਪੁਲਿਸ ਨੇ, ਕਿ ਇਸ ਕਿਸਮ ਦੇ ਮੋਨੇ ਮੁੰਡੇ ਹੋ ਸਕਦੇ ਆ ਜਿਨ੍ਹਾਂ ਨੇ ਚੋਰੀ ਕੀਤੀ ਮਹਾਰਾਜ ਦੇ ਸਰੂਪ ਦੀ। ਪਰ ਮੈਨੂੰ ਦੱਸ ਦਿਓ, 1 ਜੂਨ 2015 ਤੋਂ ਲੈ ਕੇ ਆਖਰ ਤੱਕ, ਬਾਦਲਾਂ ਦੇ ਰਾਜ ਦੇ ਅਖੀਰ ਤੱਕ, ਇੱਕ ਵੀ ਮੋਨੇ ਮੁੰਡੇ ਦੀ ਪੁੱਛ ਪੜਤਾਲ ਕੀਤੀ ਹੈ ਇਹਨਾਂ ਨੇ? ਇਹ ਜਵਾਬ ਦੇ ਦੇਵੇ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਜਵਾਬ ਦੇ ਦਿਓ, ਪੁੱਛਿਆ ਕਿਸੇ ਨੂੰ? ਫਿਰ 24-25 ਸਤੰਬਰ ਦੀ ਰਾਤ ਨੂੰ ਆਹ ਪੋਸਟਰ ਲਾਏ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਆਪਣੇ ਬਰਗਾੜੀ ਦੇ ਵਿੱਚ। ਇਹਨਾਂ ਪੋਸਟਰਾਂ ਤੇ ਵਿਵਾਦਤ ਅਪਮਾਨਜਨਕ ਸ਼ਬਦ ਵਰਤੇ ਨੇ ਜਿਹੜੇ ਮੈਂ ਨਹੀਂ ਵਰਤਾਂਗਾ। ਇਹਦੇ ਉੱਤੇ ਲਿਖਿਆ ਹੋਇਆ ਸੀਗਾ, ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ। ਇਹਦੇ 'ਚ ਕਿਹਾ ਸੀ ਵੀ ਤੁਹਾਡਾ ਵੱਡਾ ਮਹਾਰਾਜ ਸਾਡੇ ਕੋਲੇ ਆ, ਤੁਸੀਂ ਦੇਖਿਓ ਕੀ ਕਰਾਂਗੇ। ਇਸ ਤਰ੍ਹਾਂ ਦੀ ਬਹੁਤ ਭੈੜੇ ਸ਼ਬਦ ਵਰਤੇ ਸੀ। ਤਾਂ ਮੈਂ ਇਹ ਕਹਿਣਾ ਚਾਹੁੰਦਾ, ਧੰਨ ਧੰਨ ਸਤਿਗੁਰੂ ਵੀ ਲਿਖਿਆ ਸੀ, ਵਿੱਚ ਜ਼ਿਕਰ ਵੀ ਕੀਤਾ ਸੀ ਸਲਾਬਤਪੁਰੇ ਦਾ। ਮੇਰਾ ਇਹ ਸਵਾਲ ਹੈ ਕਿ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਨੂੰ ਅੰਕ ਖਿਲ ਰਹੇ ਆ ਨਾ, 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ 17 ਦਿਨ ਬਣਦੇ ਆ। 17 ਦਿਨਾਂ ਦੇ ਵਿੱਚ ਦੱਸ ਦਿਓ ਜੰਗੀਰ ਕੌਰ ਜੀ, ਹਰਪ੍ਰੀਤ ਸਿੰਘ ਜੀ, ਸੁਖਵੀਰ ਜੀ, ਤੁਸੀਂ ਦੱਸ ਦਿਓ, ਕਿਉਂਕਿ ਤੁਹਾਡੇ ਇਸ਼ਾਰੇ ਤੋਂ ਸਾਰਾ ਇਹ ਚੱਲ ਰਿਹਾ ਨਾ ਡਰਾਮਾ। ਦੱਸ ਦਿਓ ਨਾ ਫਿਰ ਕਿ 17 ਦਿਨਾਂ 'ਚ ਇੱਕ ਵੀ ਡੇਰਾ ਪ੍ਰੇਮੀ ਤੋਂ ਪੁੱਛਗਿੱਛ, ਮੈਂ ਟੌਰਚਰ ਨਹੀਂ ਕਹਿ ਰਿਹਾ, ਨੋਰਮਲ ਪੁੱਛਗਿੱਛ ਵੀ ਕੀਤੀ ਆ ਤੁਸੀਂ? ਸਾਡੇ ਬੇਕਸੂਰਾਂ ਦੇ ਚੱਡੇ ਪਾੜੇ ਹੋਏ, ਸਾਡੇ ਮੁੰਡਿਆਂ ਤੇ ਤਸ਼ੱਦਦ ਕੀਤਾ ਤੁਸੀਂ, ਉਲਟਾ ਚੋਰ ਕੋਤਵਾਲ ਕੋ ਡਾਂਟੇ। ਉਹ ਬੁਰਜ ਜਵਾਹਰ ਸਿੰਘ ਵਾਲੇ ਦਾ ਗ੍ਰੰਥੀ ਸਿੰਘ ਗੋਰਾ ਸਿੰਘ, ਉਹਨੂੰ ਟੌਰਚਰ ਕੀਤਾ, ਉਹਦੀ ਪਤਨੀ ਨੂੰ ਇੰਨਾ ਟੌਰਚਰ ਕੀਤਾ, ਉਹਦੇ ਬੱਚੇਦਾਨੀ ਤੱਕ ਪ੍ਰੋਬਲਮ ਆ ਗਈ। ਸਾਡੇ ਕੋਲ ਤਾਂ ਇਹਨਾਂ ਦੇ ਚਿੱਠੇ ਪਏ ਨੇ। ਸੁਖਵੀਰ, ਤੁਸੀਂ ਖੁੱਲ੍ਹ ਨਹੀਂ ਸੀ ਦਿੱਤੀ ਹੋਈ ਆਪਣੀ ਪੁਲਿਸ ਨੂੰ। ਕਿਵੇਂ ਤੇਰੇ SHO ਮੈਨੂੰ ਧਮਕੀਆਂ ਦਿੰਦੇ ਸੀਗੇ ਵੀ ਸਾਡੇ ਇਲਾਕੇ 'ਚ ਵੜ ਕੇ ਦਿਖਾਈ। ਭਾਰਤ ਦਾ ਕਿਹੜਾ ਸੰਵਿਧਾਨ ਪੁਲਿਸ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਸਿੱਖ ਪ੍ਰਚਾਰਕਾਂ ਨੂੰ ਘੇਰ ਕੇ ਧਮਕੀਆਂ ਦੇਵੋ? ਜਵਾਬ ਦੇਣ। ਮੇਰੇ ਕੋਲ ਸਾਰੇ ਰਿਕਾਰਡ ਪਏ ਆ। ਤੁਹਾਨੂੰ ਇੱਕ ਦੱਸ ਦਿੰਦਾ, ਜਦੋਂ ਬੇਕਸੂਰਾਂ ਤੇ ਸਾਡੇ ਉੱਥੇ ਬਾਣੀ ਪੜ੍ਹਦਿਆਂ ਤੇ ਡਾਂਗ ਭਰਾਈ ਆ, ਸਾਡੇ ਨੌਜਵਾਨ ਸ਼ਹੀਦ ਕੀਤੇ, ਕਿੰਨੇ ਫੱਟੜ ਕਰਤੇ। ਤੇ ਫਿਰ ਇਰਾਦਾ ਕਤਲ ਦਾ ਪਰਚਾ ਬੀਬੀ ਜੰਗੀਰ ਕੌਰ, ਸੁਖਵੀਰ ਨੇ ਪੁਲਿਸ ਤੋਂ ਸਾਡੇ ਤੇ ਨਹੀਂ ਕਰਵਾਇਆ ਇਰਾਦਾ ਕਤਲ 307। ਮੈਨੂੰ ਦੱਸ, ਜਪਜੀ ਸਾਹਿਬ ਦਾ ਪਾਠ ਕਰਨ ਵਾਲਿਆਂ ਤੇ ਇਰਾਦਾ ਕਤਲ ਦੇ ਪਰਚੇ ਪਵਾਏ ਤੁਸੀਂ। ਮੇਰੇ ਪਿਤਾ ਜੀ ਨੂੰ, ਸਾਡਾ ਕੀ ਕਸੂਰ ਸੀ? ਸਾਡੇ ਘਰੇ ਆ ਕੇ ਛਾਪਾ ਮਾਰਿਆ, ਮੇਰੇ ਪਿਤਾ ਜੀ ਨੂੰ ਕਾਲੇ ਪੀਲੀਏ ਦੀ ਪ੍ਰੋਬਲਮ, ਫਿਰ ਵੀ ਜੇਲ੍ਹ 'ਚ ਭੇਜਿਆ ਤੁਸੀਂ। ਤੇ ਜਦੋਂ ਇੱਥੇ ਸੰਗਤ ਇਕੱਠੀ ਹੋਈ, ਜਿਸ ਦਿਨ ਉਹਨਾਂ ਦੀ ਪੇਸ਼ੀ ਸੀ, ਇੱਥੇ ਸਿੱਖ ਆਏ, ਇੱਥੇ ਮੁਸਲਮਾਨਾਂ ਦਾ ਇਕੱਠ ਹੋ ਗਿਆ, ਹਿੰਦੂ ਭਰਾ ਸਾਡੇ ਆਏ, ਉਦੋਂ ਫਿਰ ਤੁਸੀਂ ਬਿਨਾਂ ਸ਼ਰਤ ਰਿਹਾ ਕਿਉਂ ਕਰਤਾ ਸੀਗਾ? ਫਿਰ ਤੁਸੀਂ ਠੋਕੀ ਰੱਖਣਾ ਸੀ ਨਾ। ਤੁਸੀਂ ਡਰਾਬੇ ਦਿੰਦੇ ਹੋ। ਆ ਮੇਰੇ ਕੋਲ ਪਈ ਆ ਰਿਕਾਰਡ ਉਸ ਟਾਈਮ ਦਾ, ਜਦੋਂ ਇਹਨਾਂ ਨੇ ਮੇਰੇ ਪਿਤਾ ਜੀ ਨੂੰ ਇੱਥੇ ਜੇਲ੍ਹ 'ਚ ਸੁੱਟਿਆ ਨਾ। ਮੈਂ ਉਦੋਂ ਕਿਹਾ ਸੀਗਾ, ਬਾਦਲ ਕੇ ਬੇਸ਼ੱਕ ਸਾਡੇ ਸਾਰੇ ਪਰਿਵਾਰ ਨੂੰ ਜੇਲ੍ਹਾਂ 'ਚ ਡੱਕ ਦੇਣ, ਮੈਂ ਸੱਚ ਬੋਲਣਾ ਬੰਦ ਨਹੀਂ ਕਰਾਂਗਾ। ਆ ਉਸ ਵਕਤ ਦੀਆਂ ਨਿਊਜ਼ਾਂ ਲੱਗੀਆਂ। ਇੱਕ ਜਵਾਬ ਤਾਂ ਦੇ ਦੇਣ। ਮੈਂ ਤੁਹਾਨੂੰ ਇੱਕ ਹਰਕਤ ਇਹਨਾਂ ਦੀ ਹੋਰ ਦੱਸਦਾ। ਜਦੋਂ ਸਾਡੇ ਸ਼ਾਂਤਮਈ ਬੈਠਿਆਂ ਤੇ ਉੱਥੇ ਡਾਂਗ ਭਰਾਈ, ਫਿਰ ਉਹਨੂੰ ਕੇਸ ਨੂੰ ਬੈਲੈਂਸ ਕਰਨ ਲਈ ਵੀ ਇਹਨਾਂ ਨੇ ਵੀ ਗੋਲੀ ਚਲਾਈ ਆ। ਕੀ ਡਰਾਮਾ ਰਚਿਆ ਜੀ, ਧਿਆਨ ਦਿਓ। 161 CRPC ਤਹਿਤ ਪੰਕਜ ਮੋਟਰ ਦੇ ਮਾਲਕ ਪੰਕਜ ਬਾਂਸਲ ਪੁੱਤਰ ਦਵਾਰਕਾ ਦਾਸ ਮੋਗਾ, ਉਹਨਾਂ ਦੇ ਮੈਨੇਜਰ ਪੰਕਜ ਬਾਂਸਲ ਦੇ ਮੈਨੇਜਰ ਸੰਦੀਪ ਕੁਮਾਰ ਤੇ ਉਹਦੇ ਗਨਮੈਨ ਚਰਨਜੀਤ ਸਿੰਘ ਨੇ ਅਦਾਲਤ ਦੇ ਵਿੱਚ ਇੱਕ ਬਿਆਨ ਦਿੱਤਾ ਜਿਹੜਾ ਬਹੁਤ ਇੰਪੋਰਟੈਂਟ ਹੈ। ਉਹ ਬਿਆਨ ਕੀ ਹੈ ਕਿ ਐਡਵੋਕੇਟ ਸੁਹੇਲ ਸਿੰਘ ਬਰਾੜ ਸੁਖਵੀਰ ਬਾਦਲ ਦਾ ਰਾਈਟ ਹੈਂਡ ਹੈ। ਸੁਹੇਲ ਸਿੰਘ ਬਰਾੜ ਨੇ ਆਪਣੀ ਗੈਰੇਜ ਦੇ ਵਿੱਚ ਬਿਕਰਮਜੀਤ SP ਸੁਹੇਲ ਸਿੰਘ ਬਰਾੜ ਦੀ ਗੈਰੇਜ ਦੇ ਵਿੱਚ ਬਿਕਰਮਜੀਤ SP ਨੇ 12 ਬੋਰ ਦੀ ਰੈਫਰ ਦੇ ਨਾਲ 12 ਬੋਰ ਦੀ ਰਫਲ ਵਰਤੀ। ਉਹਨੇ SSP ਚਰਨਜੀਤ ਸ਼ਰਮਾ ਦੀ ਜਿਹੜੀ ਪਾਇਲਟ ਜਿਪਸੀ ਹੈ ਉਹਦੇ ਤੇ ਗੋਲੀ ਮਾਰੀ, ਤਾਂ ਜੋ ਇਦਾਂ ਇਹਨੂੰ ਬੈਲੈਂਸ ਬਣਾਇਆ ਜਾਵੇ ਵੀ ਆਹ ਦੇਖੋ ਜੀ ਉਧਰੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਸੀਗੀਆਂ ਤਾਂ ਸਾਨੂੰ ਗੋਲੀ ਚਲਾਉਣੀ ਪੈ ਗਈ। ਇਹ ਬਕਾਇਦਾ ਅਦਾਲਤ 'ਚ ਬਿਆਨ ਦਿੱਤੇ ਨੇ ਇਹਨਾਂ ਬੰਦਿਆਂ ਨੇ। ਔਰ CRPC ਦੀ ਧਾਰਾ 164 ਤਹਿਤ ਇਸੇ ਪਾਇਲਟ ਜਿਪਸੀ ਦੇ ਡਰਾਈਵਰ ਹੌਲਦਾਰ ਗੁਰਨਾਮ ਸਿੰਘ ਨੇ ਆਪਣੇ ਬਿਆਨਾਂ 'ਚ ਇਹ ਮੰਨਿਆ ਕਿ ਫਾਇਰਿੰਗ ਕੋਈ ਹੋਈ ਨਹੀਂ ਸੀ ਉੱਥੇ। ਇਹ ਤਾਂ ਇਹ ਮੰਨਿਆ ਇਹ ਫਰਜ਼ੀ ਫਾਇਰਿੰਗ। ਸੁਖਵੀਰ, ਪੁਲਿਸ ਨੂੰ ਇੰਨੀ ਖੋਲ੍ਹ ਦਿੱਤੀ ਤੂੰ? ਬਾਣੀ ਪੜਦਿਆਂ ਤੇ ਡਾਂਗਾ ਮਾਰ ਕੇ ਗੋਲੀਆਂ ਮਰਵਾ ਕੇ ਤੇ ਆਪਣੀ ਪੁਲਿਸ ਨੂੰ ਬਚਾਉਣ ਲਈ ਫਰਜ਼ੀ ਫਾਇਰਿੰਗਾਂ ਤੇਰੇ ਰਾਜ 'ਚ ਆਉਂਦੀਆਂ ਰਹੀਆਂ। ਤੁਸੀਂ ਬੋਲਣ ਨੂੰ ਮਰਦੇ ਹੋਏ। ਤੁਸੀਂ ਗੱਲ ਕਰੋ ਨਾ ਬੈਠ ਕੇ। ਹੁਣ ਤੁਹਾਡੇ ਬੰਦੇ ਕਹਿੰਦੇ ਸਾਡੇ ਨਾਲ ਅੰਦਰ ਬਹਿ ਕੇ ਗੱਲ ਕਰ ਲੈਣ, ਬਲਟੋਹਾ ਸਾਹਿਬ ਵਰਗੇ ਹੈਂ, ਅੰਦਰ ਬਹਿ ਕੇ ਗੱਲ ਕਰਾਂਗੇ ਅਸੀਂ। ਅੰਦਰ ਬਹਿ ਕੇ ਨੂੰ ਤੁਸੀਂ, ਇਹ ਮੇਰਾ ਕੋਈ ਨਿੱਜੀ ਮਸਲਾ ਹੈ? ਇਹ ਤਾਂ ਪੰਥ ਦਾ ਮਸਲਾ ਹੈ, ਤੁਹਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ। ਪਰ ਤੁਹਾਡਾ ਹੰਕਾਰ ਤੁਹਾਨੂੰ ਲੈ ਕੇ ਬੈਠੂ। ਤੁਸੀਂ ਦੇਖਦੇ ਜਾਇਓ ਇਹਨਾਂ ਦਾ ਹੁੰਦਾ ਕੀ ਹੈ। ਇਹਨਾਂ ਦਾ ਮੇਰੇ ਕੋਲ ਤਾਂ ਜੀ ਥੂਈ ਸਾਹਿਬ ਚਿੱਠੇ ਪਏ ਆ ਪੂਰੇ, ਗੁਰੂ ਦੀ ਕਿਰਪਾ।
ਮੈਂ ਤੁਸੀਂ ਮੈਨੂੰ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹੈ। ਗੱਲ ਇਹ ਹੈ, ਮੈਂ ਤਾਂ ਇਹਨਾਂ ਦੀ ਬਾਦਲ ਦੀ ਸਰਪੰਚੀ ਤੋਂ ਸ਼ੁਰੂ ਕਰੂੰ। ਜਿੱਦੇ ਮੈਨੂੰ ਪੁੱਛ ਲਿਆ ਇਹਨਾਂ ਨੇ, ਮੈਂ ਤਾਂ ਕਹਿੰਦਾ ਬੇਅਦਬੀ ਮਸਲੇ ਦੀ ਕਰ ਲਓ ਗੱਲੀ, ਪਰ ਜੇ ਪਿੱਛੋਂ ਤੋਂ ਦੇਖਣਾ 1970 ਤੋਂ ਕਿਵੇਂ ਇਹਨਾਂ ਨੇ ਮੁੰਡੇ ਸਾਡੇ ਵੇਕਸੂਰ ਬਾਦਲਾਂ ਨੇ ਮਰਵਾਏ ਆ, ਮੇਰੇ ਕੋਲ ਤਾਂ ਸਾਰਾ ਪਿਆ ਰਿਕਾਰਡ ਦੱਸ ਦੇਣ ਇਹ। ਤੇ ਇਹਨੂੰ ਲਗਾਮ ਦਿਓ ਬੀਬੀ ਜੰਗੀਰ ਕੌਰ ਨੂੰ, ਜੋ ਮੂੰਹ ਚ ਆਉਂਦਾ ਬੋਲੀ ਜਾਂਦੀ ਆ। ਭਾਈ ਸਾਹਿਬ, ਭਾਵੇਂ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਜ਼ਿਆਦਾਤਰ ਸ਼ੁਰੂ ਹੋਈਆਂ, ਪਰੰਤੂ ਕਾਂਗਰਸ ਪਾਰਟੀ ਦੇ ਵੀ 4.5 ਸਾਲ ਜਿਹੜੇ ਆ ਬੀਤ ਗਏ ਆ, ਪਰ ਹੁਣ ਵੀ ਬੇਅਦਬੀਆਂ ਲਗਾਤਾਰ ਜਾਰੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਔਰ ਬੇਅਦਬੀਆਂ ਨੂੰ ਰੋਕਣ ਦੇ ਲਈ ਤੁਸੀਂ ਕੋਈ ਹੋਰ ਕਾਨੂੰਨ 'ਚ ਸੋਧ ਜਾਂ ਉਸ ਤਰ੍ਹਾਂ ਦਾ ਕੋਈ ਉਪਰਾਲਾ? ਉਹ ਅਸੀਂ ਉਸ ਪਾਸੇ ਜਾ ਰਹੇ ਸੀਗੇ, ਇਹ ਸਾਨੂੰ ਇਹ ਬਾਦਲ ਕੇ ਐਡੇ ਬਦਮਾਸ਼ ਨੇ, ਇਹ ਡੱਕਾ ਤੋੜਨੀ ਨਹੀਂ ਦਿੰਦੇ, ਉਧਰ ਨੂੰ ਜਾਂਦੇ ਨਹੀਂ। ਕੈਪਟਨ ਅਮਰਿੰਦਰ ਸਿੰਘ ਦੇ 13-14 ਕਿਲੋਮੀਟਰ ਦੂਰ ਹੈ ਪਿੰਡ ਕਲਿਆਣ ਪਿੰਡ ਦੇ ਵਿੱਚ ਜਦੋਂ ਇਤਿਹਾਸਕ ਸਬਰੀ ਸਰੂਪ ਚੋਰੀ ਹੋਇਆ, ਅਸੀਂ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ, ਉੱਥੇ ਰੌਲਾ ਪਾਇਆ, ਉੱਥੇ ਦੱਸਿਆ ਲੋਕਾਂ ਨੂੰ ਵੀ ਆਹ ਹੋ ਰਿਹਾ। ਹਾਂਜੀ, ਇਹ ਕੀ ਅਜੌਲੀਆਂ ਬੇਅਦਬੀ ਹੋਈ, ਉਦੋਂ ਜਦੋਂ ਅਸੀਂ ਗੱਲ ਕਰੀ ਇਹ ਵਿੱਚ ਲੁਕਾਉਣ ਲੱਗ ਜਾਂਦੇ, ਆ ਕੇ ਵਿੱਚ ਫਸਦੇ ਆ ਖਾਮ-ਖਾ। ਪਤਾ ਨਹੀਂ ਇਹਨਾਂ ਨੂੰ ਕੀ ਹੇਜ ਆਉਂਦਾ ਕੈਪਟਨ ਦਾ, ਇਹਨਾਂ ਨੂੰ ਹੇਜ ਆਉਂਦਾ SGPC ਜਿਹੜੀ ਸਾਡੀ ਸ਼ਹੀਦਾਂ ਨੇ ਖੂਨ ਡੋਲ ਕੇ ਸੰਸਥਾ ਬਣਾਈ ਹੈ, ਪਰ ਇਹੋ ਜਿਹੇ ਨਲਾਇਕ ਉੱਥੇ ਪੈਦਾ ਹੋ ਗਏ। ਤੇ ਮੈਂ ਜਿਹੜੀ ਗੱਲ ਤੁਸੀਂ ਕਾਨੂੰਨ ਦੀ ਕੀਤੀ ਹੈ, ਦੇਖੋ 295A ਲੱਗਦੀ ਹੈ, ਭਾਵੇਂ ਕਿਸੇ ਨੇ ਕਿਸੇ ਦੀ ਦਾੜੀ ਪੱਟਤੀ, ਕਿਸੇ ਨੇ ਗਾਤਰਾ ਤੋੜਤਾ, ਕਿਸੇ ਨੇ ਕਿਸੇ ਨੂੰ ਅਪਮਾਨਜਨਕ ਸ਼ਬਦ ਬੋਲਤੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੰਨੀ ਮਰਜ਼ੀ ਕੋਈ ਕਰਦੇ। ਪਰ ਮੈਂ ਇਹ ਪਿਛਲੇ ਦਿਨ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ, ਇਹਦੇ ਤੇ ਅਸੀਂ ਕੰਮ ਵੀ ਕਰ ਰਹੇ ਹਾਂ। ਅਸੀਂ ਮੁੱਖ ਮੰਤਰੀ ਨੂੰ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਭੇਜਾਂਗੇ ਪੱਤਰ ਕਿ ਤੁਸੀਂ ਇੱਕ ਵਿਧਾਨ ਸਭਾ 'ਚ ਮਤਾ ਪਾਓ। 295A ਦੇ ਵਿੱਚ ਹੁੰਦਾ ਕੀ ਹੈ, ਮੈਜਿਸਟ੍ਰੇਟ ਦੇ ਵਿੱਚ ਕੇਸ ਚੱਲਦਾ, ਸਿਰਫ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇ ਉਹ ਸਜ਼ਾ ਜਿਹੜਾ ਕੇਸ ਲੰਮਾ ਚੱਲਦਾ ਹੈ ਤਾਂ ਉਹਦਾ ਫਾਇਦਾ ਵੀ ਦੋਸ਼ੀ ਨੂੰ ਹੁੰਦਾ। ਤਾਂ ਅਸੀਂ ਇਹਦੀ ਉਦਾਹਰਨ ਹੈ, ਤਰਖਾਨ ਮਾਜਰੇ ਤੇ ਜੱਲੇ ਪਿੰਡ 'ਚ ਬੇਅਦਬੀ ਕਰਨ ਵਾਲਾ ਸਹਿਜਵੀਰ ਹੈ, ਵਿਰੜਵਾਲ ਪਿੰਡ ਦਾ, ਇਹ ਨਾਭੇ ਦੇ ਨੇੜੇ ਆ, ਉਹ ਜ਼ਮਾਨਤ ਤੇ ਤੁਰਿਆ ਫਿਰਦਾ ਜੀ ਅੱਜ। ਤਾਂ ਮਤਲਬ ਕੀ ਹੈ, ਫਿਰ ਇਹਦੇ 'ਚ ਸੋਧ ਹੋਣੀ ਚਾਹੀਦੀ ਆ। ਮੈਂ ਕਹਿੰਦਾ ਘੱਟੋ ਘੱਟ 10 ਸਾਲ ਤੋਂ ਸ਼ੁਰੂ ਹੋਵੇ ਔਰ ਸੈਸ਼ਨ ਕੋਰਟ ਦੇ ਵਿੱਚ ਕੇਸ ਚੱਲੇ, ਵੱਧ ਤੋਂ ਵੱਧ ਉਮਰ ਕੈਦ ਤੱਕ, ਫਾਹੇ ਟੰਗਣ ਤੱਕ ਕੋਈ ਹੀਲਾ ਬਣੇ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਭਾਵੇਂ ਕੋਈ ਵੀ ਧਰਮ ਗ੍ਰੰਥ ਹੈ, ਪਵਿੱਤਰ ਗੀਤਾ ਹੈ, ਪਵਿੱਤਰ ਕੁਰਾਨ ਸ਼ਰੀਫ ਹੈ, ਬਾਈਬਲ ਹੈ ਪਵਿੱਤਰ, ਬੜੇ ਧਰਮ ਗ੍ਰੰਥ ਨੇ, ਸਤਿਕਾਰਯੋਗ ਨੇ, ਜਿਹਨੂੰ ਜੀ ਕਰਦਾ ਪੜ੍ਹੋ, ਨਹੀਂ ਜੀ ਕਰਦਾ ਨਾ ਪੜ੍ਹੋ। ਪਰ ਇੱਦਾਂ ਪਾੜ ਸੁੱਟਣ ਵਾਲਿਆਂ ਤੇ ਸਖਤ ਕਾਰਵਾਈ ਕਰਨ ਲਈ ਪੰਜਾਬ ਦੇ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਮਤਾ ਪਾਉਣ, ਦੂਜਾ ਸੈਂਟਰ ਤੇ ਦਬਾਅ ਬਣੇ। ਔਰ ਨਾਲ ਮੈਂ ਇਹ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ, ਜੇ ਇਹ ਬੇਅਦਬੀ ਮਸਲੇ ਤੇ ਇਨਸਾਫ ਨਾ ਮਿਲਿਆ, ਤੇਰਾ ਹਸ਼ਰ ਵੀ ਬਾਦਲਾਂ ਵਰਗਾ ਹੋਊਗਾ। ਲਾਸਟ ਸਵਾਲ ਹੈ ਜੀ, 2022 ਦੀਆਂ ਚੋਣਾਂ ਹੋ ਰਹੀਆਂ ਨੇ, ਵੈਸੇ ਤੁਸੀਂ ਕਹਿ ਵੀ ਦਿੱਤਾ ਵੀ ਜੇਕਰ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਦਾ ਤਾਂ ਪੰਥਕ ਜਿਹੜੀਆਂ ਜਥੇਬੰਦੀਆਂ ਨੇ ਤੁਹਾਡੀਆਂ ਜਾਂ ਤੁਹਾਡਾ ਜਿਹੜਾ ਰੋਲ ਹੈ 2022 ਦੀਆਂ ਚੋਣਾਂ 'ਚ ਕੀ ਰਹੂਗਾ? ਅਸੀਂ ਦੇਖੋ ਜੀ, ਅਸੀਂ ਕੋਈ ਚੋਣਾਂ 'ਚ ਸਾਡਾ ਰੋਲ ਨਹੀਂ ਕੁਛ ਹੋਣਾ। ਅਸੀਂ ਤਾਂ ਆਹ ਗੱਲਾਂ ਦੱਸਾਂਗੇ ਠੋਕ ਕੇ ਗੁਰੂ ਦੀ ਕਿਰਪਾ ਨਾਲ। ਅਸੀਂ ਤਾਂ ਸੰਗਤ ਨੂੰ ਸੁਚੇਤ ਕਰਾਂਗੇ ਵੀ ਦੇਖ ਲਓ ਵੀ ਆਹ ਨੇ ਬੰਦੇ, ਆਹ ਬੇਅਦਬੀ ਕਰਨ ਵਾਲੇ, ਆਹ ਕਰਵਾਉਣ ਵਾਲੇ, ਆਹ ਬਚਾਉਣ ਵਾਲੇ। ਸਾਰੀਆਂ ਧਿਰਾਂ ਬਾਰੇ ਅਸੀਂ ਤਾਂ ਖੋਲ ਦਾਂਗੇ ਸਭ ਕੁਛ, ਜਿੰਨਾ ਸਾਡੇ ਕੋਲ ਹੈ ਅਸੀਂ ਦੱਸ ਰਹੇ ਹਾਂ ਲਗਾਤਾਰ। ਇਸੇ ਕਰਕੇ ਚੀਕਾਂ ਵੱਜਦੀਆਂ ਬੀਬੀ ਜੰਗੀਰ ਕੌਰ ਦੀਆਂ, ਚੀਕਾਂ ਮਾਰੀਆਂ। ਦੇਖੋ ਕਿਵੇਂ, ਮੈਂ ਉਹ ਸਵਾਲ ਪੁੱਛੇ, ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਉੱਥੇ ਚੀਕਾਂ ਮਾਰੀ ਜਾਂਦੀ ਆ ਵੀ ਮਾਝੀ ਸਾਜੀ ਜਾ। ਬੀਬੀ ਜੀ ਮੈਂ ਤੁਹਾਨੂੰ ਬੇਨਤੀ ਕਰਦਾ, 4 ਗਾਲਾਂ ਹੋਰ ਕੱਢ ਲਓ, ਮੇਰੇ ਸਵਾਲਾਂ ਦੇ ਜਵਾਬ ਤਾਂ ਦੇ ਦਿਓ। ਮੇਰੇ ਕਿਹੜਾ ਨਿੱਜੀ ਸਵਾਲ ਹੈ, ਉਹਦਾ ਪੂਰੇ ਪੰਥ ਦੇ ਸਵਾਲ ਹੈ ਜੀ। ਉਹ ਸਵਾਲ ਤੁਹਾਡਾ ਪੈਂਡਾ ਨਹੀਂ ਆ, ਛੱਡ ਦੇ। ਤੁਸੀਂ ਗੁਰੂ ਕੀ ਗੋਲਕ ਨੂੰ ਜਿਵੇਂ ਲੁੱਟਿਆ ਨਾ, 90 ਲੱਖ ਰੁਪਈਆ ਇੱਦਾਂ ਦੇ ਦੇਣਾ, ਫੂਕ ਦੇਣਾ ਇਸ਼ਤਿਹਾਰਾਂ 'ਚ, ਇਹ ਕੰਮ ਤੁਹਾਡਾ ਚੱਲਣਾ ਨਹੀਂ। ਅਜੇ ਤਾਂ ਉਹ 4 ਪੁਆਇੰਟਾਂ ਦਾ ਪਤਾ ਹੈ ਸੰਗਤ ਨੂੰ। ਉਹ ਜਿਹੜਾ ਚੌਥਾ ਪੁਆਇੰਟ ਹੈ 35 ਸਰੂਪਾਂ ਵਾਲਾ, ਉਹਦੀ ਖੋਲ ਕੇ ਕਦੇ ਪ੍ਰੈਸ ਕਾਨਫਰੰਸ ਕਰਾਂਗੇ, ਕਦੇ ਵੱਖਰੀ, ਇਹਨਾਂ ਨੂੰ ਪਤਾ ਲੱਗੂ ਇਹਨਾਂ ਦੇ ਕਰਤੂਤਾਂ ਦਾ। ਇਹ ਤਾਂ ਇਹਨਾਂ ਦਾ ਬਹੁਤ ਹੈ। ਸੋ ਜਿਹੜੀ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਜ਼ਰੂਰ ਇਹਨਾਂ ਮਸਲਿਆਂ ਦੇ ਉੱਤੇ, ਨਸ਼ਿਆਂ ਦਾ ਮੁੱਦਾ, ਬੇਅਦਬੀ ਦਾ, ਹੋਰ ਜਿੰਨੇ ਮਸਲੇ ਨੇ ਸਾਰਿਆਂ ਤੇ ਸਵਾਲ ਪੁੱਛੋ। ਲੋਕੋ ਇਹਨਾਂ ਦੀਆਂ ਸ਼ਰਾਬ ਦੀਆਂ ਬੋਤਲਾਂ 'ਚ ਨਾ ਉਲਝੋ, ਭੁੱਕੀ ਫੀਮ 'ਚ ਨਾ ਪਾਓ। ਸਵਾਲ ਵਿੱਚ ਬੜੀ ਤਾਕਤ ਹੈ, ਸਾਨੂੰ ਲੋਕਤੰਤਰ ਨੇ ਹੱਕ ਦਿੱਤਾ ਸਵਾਲ ਪੁੱਛਣ ਦਾ। ਤੁਹਾਡੇ ਸਾਹਮਣੇ ਆ ਉਦਾਹਰਨ, ਗੁਰੂ ਦੀ ਕਿਰਪਾ ਨਾਲ ਗੁਰੂ ਨੇ ਮੇਰੇ ਤੋਂ ਇਹ ਸੇਵਾ ਲੈ ਲਈ ਸਵਾਲ ਪੁੱਛਣ ਦੀ, ਤੇ ਸਵਾਲ ਚੀਕਾਂ ਮਰਵਾ ਦਿੰਦੇ ਆ। ਜੇ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਆਏ ਰਹੇ, ਫਿਰ ਆਪਣਾ ਕੁਝ ਨਹੀਂ ਬਣਦਾ। ਇਹਨਾਂ ਨੂੰ ਠੋਕ ਪੁੱਛੋ ਇਹ ਗੱਲਾਂ ਜੀ। ਭਾਈ ਸਾਹਿਬ, ਜਿਹੜੀ ਇੱਕ ਪੁਰਾਤਨ ਇਮਾਰਤ ਮਿਲੀ ਹੈ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਇਮਾਰਤ ਬਾਰੇ ਬੀਬੀ ਜਗੀਰ ਕੌਰ ਦਾ ਵੀ ਇੱਕ ਬਿਆਨ ਆਇਆ, ਜਿਹੜਾ ਵੀ ਸੈਂਟਰ ਦਾ ਪੁਰਾਤਨ ਵਿਭਾਗ ਹੈ ਤੇ ਅਸੀਂ ਜਾਂਚ ਕੀਤੀ ਹੈ ਵੀ ਜਿਹੜੀ ਇਹ ਇਮਾਰਤ ਹੈ, ਇਤਿਹਾਸ ਦਾ ਇਹਦੇ ਨਾਲ, ਧਾਰਮਿਕ ਇਤਿਹਾਸ ਜਿਹੜਾ ਕੋਈ ਸੰਬੰਧ ਨਹੀਂ ਹੈ। ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਦੇਖੋ ਬੀਬੀ ਜੰਗੀਰ ਕੌਰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਉਹਨਾਂ ਦੇ ਬਿਆਨਾਂ ਦਾ ਨਾ ਤਾਂ ਕੋਈ ਅਰਥ ਹੈ ਨਾ ਕੋਈ ਮਸਲਾ ਹੈ। ਉਹ ਤਾਂ ਚਲੋ ਜੋ ਮੂੰਹ 'ਚ ਆਇਆ ਬੋਲ ਦਿੰਦੇ ਆ, ਉਹਨਾਂ ਦੀ ਆਜ਼ਾਦੀ ਹੈ, ਬਹੁਤ ਕੁਛ ਉਹ ਬੋਲਦੇ ਆ। ਤੇ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਿੰਨੀਆਂ ਵੀ ਪੁਰਾਤਨ ਸਾਡੀਆਂ ਇਤਿਹਾਸਕ
ਜਿਹੜੇ ਸਾਡੀਆਂ ਸਤਿਕਾਰਤ ਥਾਵਾਂ ਨੇ ਉਹਨਾਂ ਨੂੰ ਉਸ ਰੂਪ 'ਚ ਸੰਭਾਲਣ ਦੀ ਲੋੜ ਹੈ। ਇਹ ਵੀ ਜਿਹੜੀ ਇਮਾਰਤ ਨਿਕਲੀ ਹੈ ਇਹਦੇ ਬਾਰੇ ਚੰਗੀ ਤਰ੍ਹਾਂ ਛਾਣਬੀਨ ਹੋਵੇ, ਜੇ ਵਾਕਈ ਇਤਿਹਾਸਕ ਹੈ ਤੇ ਸੰਭਾਲਣ ਦੀ ਸਾਨੂੰ ਲੋੜ ਹੈ। ਇਹ ਖਾਲਸਾ ਰਾਜ ਦੇ ਵਕਤ ਦੀ ਹੈ ਜਾਂ ਗਿਆਨੀਆਂ ਦਾ ਬੁੰਗਾ ਹੈ ਜਾਂ ਫਿਰ ਕਿਵੇਂ ਹੈ, ਇਹਦੇ ਤੇ ਚੰਗੇ ਜਿਹੜੇ ਖੋਜਕਾਰ ਨੇ ਉਹਨਾਂ ਨਾਲ ਗੱਲਬਾਤ ਕਰਨ, ਉਵੇਂ ਹੋਣਾ ਚਾਹੀਦਾ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੀਆਂ ਵੀ ਸਾਡੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੇ ਉਹਨਾਂ ਸਾਰਿਆਂ ਨੂੰ ਬੜੀ ਪਲੈਨਿੰਗ ਦੇ ਤਹਿਤ ਮਿਟਾਇਆ ਗਿਆ। ਤੁਸੀਂ ਵੇਖੋ ਵੀਰ ਜੀ, ਕੱਚੀ ਗੜੀ, ਮਤਲਬ ਦੁਨੀਆ ਤੇ ਕੋਈ ਐਸੀ ਮਿਸਾਲ ਹੀ ਨਹੀਂ ਮਿਲਦੀ। ਇੱਕ ਪਿਓ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਨੇ ਆਪਣੇ ਪੁੱਤਾਂ ਤੱਕ ਨੂੰ ਸ਼ਹੀਦ ਕਰਾਇਆ। ਅਸੀਂ ਉਸ ਕੱਚੀ ਗੜੀ ਨੂੰ ਉਸ ਰੂਪ 'ਚ ਨਹੀਂ ਸੰਭਾਲਿਆ। ਠੰਡਾ ਬੁਰਜ ਅਸੀਂ ਉਸ ਰੂਪ 'ਚ ਨਹੀਂ ਸੰਭਾਲਿਆ। ਸਰਹੰਦ ਦੀ ਉਹ ਖੂਨੀ ਦੀਵਾਰ ਅਸੀਂ ਉਸ ਰੂਪ 'ਚ ਨਹੀਂ ਸੰਭਾਲੀ। ਮੈਂ ਤੁਹਾਨੂੰ ਕਿੰਨੇ ਗਿਣਾਵਾਂ, ਬੇਬੇ ਨਾਨਕੀ ਦਾ ਘਰ ਅਸੀਂ ਪਿੱਛੇ ਜੇ ਢਾਹ ਕੇ ਹਟੀਆਂ ਸੇਵਾ ਦੇ ਨਾਂ ਤੇ। ਦਿੱਲੀ ਦੇ ਵਿੱਚ ਉਹ ਕੋਤਵਾਲੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਰੱਖਿਆ ਗਿਆ ਸੀ, ਉਹ ਉਸ ਰੂਪ ਦੇ ਵਿੱਚ ਨਹੀਂ ਸੰਭਾਲੀ। ਕੋਟਲੇ ਪਿੰਡ ਦੇ ਵਿੱਚ ਜਿਹੜਾ ਨਿਹੰਗ ਖਾਨ ਜੀ ਦਾ ਉਹ ਘਰ ਸੀਗਾ ਜਿੱਥੇ ਮਹਾਰਾਜ ਜੀ ਆਏ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਔਰ ਜਿਸ ਕਮਰੇ ਵਿੱਚ ਬੀਬੀ ਮੁਮਤਾਜ਼ ਦੇ ਨਾਲ ਭਾਈ ਬਚਿੱਤਰ ਸਿੰਘ ਰਹੇ ਸੀ, ਬੀਬੀ ਮੁਮਤਾਜ਼ ਸੇਵਾ ਵਿੱਚ ਲਾਈ ਸੀਗੀ ਉਸ ਮੁਸਲਿਮ ਨੇ, ਨਿਹੰਗ ਖਾਨ ਜੀ ਨੇ, ਉਹ ਕਮਰਾ ਤੱਕ ਨਹੀਂ ਅਸੀਂ ਸੰਭਾਲ ਕੇ ਰੱਖ ਸਕੇ। ਬਹੁਤ ਕੁਝ ਸਾਡਾ ਜਿਹੜਾ ਮਤਲਬ ਸੇਵਾ ਦੇ ਨਾਂ 'ਤੇ ਮਿਟਾ ਦਿੱਤਾ ਗਿਆ। ਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿਹੜੇ ਹੁਣ ਵੀ ਜਿੰਨੀਆਂ ਪੁਰਾਤਨ ਇਤਿਹਾਸਕ ਵਿਰਾਸਤਾਂ ਨੇ ਉਹਨਾਂ ਨੂੰ ਸੰਭਾਲੀਏ। ਇਸ ਤੋਂ ਵੀ ਵੱਡੀ ਗੱਲ ਕਿ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਨੂੰ ਸੰਭਾਲਣ ਵਾਲੇ ਪਾਸੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਅਸੀਂ ਉਹੀ ਜਿਹੜੇ ਸਰੂਪ ਇੱਥੋਂ ਚੱਕੇ ਗਏ ਸੀ ਬਰੇਕੋਟਲਾ ਏਰੀਏ ਦੇ ਵਿੱਚੋਂ 35 ਤੇ 250 ਤੋਂ ਵੱਧ ਪੋਥੀਆਂ, ਉਹੀ ਸਵਾਲ ਬੀਬੀ ਜੰਗੀਰ ਕੌਰ ਨੂੰ ਪੁੱਛਿਆ ਸੀ। ਸਾਰੇ ਡਾਕੂਮੈਂਟ ਉਹਨਾਂ ਕੋਲ ਪਹੁੰਚਾ ਦਿੱਤੇ ਨੇ, ਪਰ ਉਹਨਾਂ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਸੋ ਇਹ ਤੇ ਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਸਾਡੀ ਕੌਮ ਨੂੰ ਸਮੱਤ ਬਖਸ਼ਣ, ਤਾਂ ਜੋ ਵਿਵੇਕ ਬਖਸ਼ਣ, ਤਾਂ ਜੋ ਅਸੀਂ ਇਸ ਲੋਕ ਤਾਂ ਸਾਂਭ ਕੇ ਰੱਖਦੇ ਆ ਸਾਰੀਆਂ ਚੀਜ਼ਾਂ। ਉਹ ਦੇਖੋ ਮੁਹੰਮਦ ਸਾਹਿਬ ਦਾ ਇੱਕ ਕੇਸ ਗੁਆਚ ਗਿਆ ਸੀਗਾ, ਉੱਥੇ ਕਿਵੇਂ ਤਰਥੱਲੀ ਮਚ ਗਈ ਸੀ, ਫਿਰ ਉਹਨਾਂ ਚਿਰ ਉਹ ਟਿਕੇ ਨਹੀਂ ਜਿੰਨਾ ਚਿਰ ਲੱਭਿਆ ਨਹੀਂ। ਤੇ ਸਾਡਾ ਤਾਂ ਬਹੁਤ ਕੁਝ ਗੁਆਚੀ ਜਾ ਰਿਹਾ ਜੀ। ਸਾਡੇ ਤੇ 1984 ਵੇਲੇ ਜਿਹੜੀਆਂ ਹੱਥ ਲਿਖਤ ਜਾਂ ਇਤਿਹਾਸਕ ਸਾਡੇ ਪਾਵਨ ਗ੍ਰੰਥ ਹੁਕਮਨਾਮੇ ਸਾਹਿਬ, ਪਹਿਲਾਂ ਸ਼੍ਰੋਮਣੀ ਕਮੇਟੀ ਤਾਂ ਕਹਿੰਦੀ ਰਹੀ ਕਿ ਅਸੀਂ ਉਹ ਲੈ ਗਈ, ਫੌਜ ਲੈ ਗਈ, ਪਰ ਉਹਨਾਂ ਨੇ ਹੁਣ ਵਾਪਸ ਇਹ ਜਵਾਬ ਦੇਤਾ ਇਹਨਾਂ ਨੂੰ ਵੀ ਇੰਨਾ ਸਮਾਨ ਅਸੀਂ ਭੇਜਦਾ। ਉਹ ਇਹ ਦੱਸਣ ਕਿੱਥੇ ਆ, ਸ਼੍ਰੋਮਣੀ ਕਮੇਟੀ ਦੱਸੇ। ਸੋ ਕੁੱਲ ਮਿਲਾ ਕੇ ਇਹ ਹੈ ਕਿ ਬਹੁਤ ਬੁਰੇ ਹਾਲਾਤ ਨੇ, ਪਰ ਕੋਈ ਨਹੀਂ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਅਸੀਂ ਆਪਣੀ ਸਾਰੀ, ਜਿਵੇਂ ਤੁਸੀਂ ਡਿਊਟੀ ਨਿਭਾ ਰਹੇ ਹੋ, ਆਪੋ ਆਪਣੀ ਡਿਊਟੀ ਨਿਭਾਈਏ। ਚੰਗੇ ਦਿਨ ਜ਼ਰੂਰ ਆਉਣਗੇ, ਗੁਰੂ ਬਖਸ਼ਿਸ਼ ਕਰੂਗਾ, ਚੜ੍ਹਦੀ ਕਲਾ ਹੋਊਗੀ। ਤੇ ਜਿਹੜੇ ਦੁਸ਼ਟ ਨੇ, ਜਿਹੜੇ ਗਲਤ ਭੂਮਿਕਾ ਨਿਭਾਉਂਦੇ ਨੇ, ਉਹਨਾਂ ਦਾ ਨਾਸ਼ ਹੋਣਾ ਹੈ ਤੇ ਚੜ੍ਹਦੀ ਕਲਾ ਵਾਲਿਆਂ ਦੀ ਚੜ੍ਹਦੀ ਕਲਾ ਹੋਣੀ ਹੈ। ਗੁਰੂ ਸਾਹਿਬ ਕਿਰਪਾ ਕਰਨਗੇ ਜੀ।